ਕਿਤਾਬ ਡੂੰਘੀਆਂ ਸਿਖਰਾਂ। ਵਿਸ਼ਾ 31 ਐਤਵਾਰਾਂ ਵਾਲਾ ਮਹੀਨਾ। ਇੱਕ ਦਿਨ ਆਉਂਦਾ ਹੈ ਜਦੋਂ ਸੂਰਜ ਦੇ ਢਲਣ ਨਾਲ ਲੰਮੀ ਨੌਕਰੀ ਮੁੱਕ ਜਾਂਦੀ ਹੈ ਅਤੇ ਬੰਧਨਾਂ ਤੋਂ ਮੁਕਤ ਇੱਕ ਨਵੇਂ ਜੀਵਨ ਦੀ ਸ਼ੁਰੂਆਤ ਹੁੰਦੀ ਹੈ। ਜਿਨ੍ਹਾਂ ਦਿਨਾਂ ਵਿੱਚ ਅਸੀਂ ਲੰਮਾ ਅਰਸਾ ਔਖੇ ਹੋਏ ਹੁੰਦੇ ਹਾਂ, ਸੌਖੇ ਹੋਣ ਵਾਲੇ ਉਹ ਦਿਨ ਆ ਜਾਂਦੇ ਹਨ। ਇਹ ਖਿਆਲ ਜ਼ਰੂਰ ਆਉਂਦਾ ਹੈ ਕਿ ਜੇ ਵਧੇਰੇ ਧਿਆਨ ਨਾਲ ਚੱਲੇ ਹੁੰਦੇ ਤਾਂ ਜੀਵਨ ਹੋਰ ਵੀ ਚੰਗਾ ਹੋਣਾ ਸੀ। ਪਰ ਇਹ ਵਿਚਾਰ ਵੀ ਆਉਣਾ ਚਾਹੀਦਾ ਹੈ ਕਿ ਅੱਜ ਤੋਂ ਮੈਂ ਚੰਗੇਰੇ ਜੀਵਨ ਲਈ ਵਧੇਰੇ ਧਿਆਨ ਨਾਲ ਚੱਲਾਂਗਾ। ਪਤਾ ਲੱਗਦਾ ਹੈ ਕਿ ਅਸੀਂ ਤਾਂ ਸਦਾ ਦੂਜਿਆਂ ਦੇ ਹੁਕਮ ਹੀ ਮੰਨਦੇ ਰਹੇ, ਉਹਨਾਂ ਦੇ ਪਿੱਛੇ ਪਿੱਛੇ ਹੀ ਟੁਰਦੇ ਰਹੇ, ਆਪ ਤਾਂ ਚੱਲੇ ਹੀ ਨਹੀਂ। ਪਰ ਹੁਣ ਅਸੀਂ ਆਪਣੀ ਮੌਜ ਨਾਲ ਚੱਲਾਂਗੇ। ਜੀਵਨ ਵਿੱਚ ਬੜਾ ਕੁਝ ਵਾਪਰਦਾ ਹੈ, ਪਰ ਜਨਮ, ਵਿਆਹ, ਸੇਵਾ ਮੁਕਤੀ ਅਤੇ ਮੌਤ ਜੀਵਨ ਦੇ 4 ਮੁੱਖ ਪੜਾਅ ਹਨ। ਜਨਮ ਅਤੇ ਮਰਨ ਸਮੇਂ ਅਸੀਂ ਸੁਚੇਤ ਨਹੀਂ ਹੁੰਦੇ। ਵਿਆਹ ਸਮੇਂ ਅੱਖਾਂ ਸੁਪਨਿਆਂ ਕਾਰਨ ਅੱਧ ਮਿੱਟੀਆਂ ਹੁੰਦੀਆਂ ਹਨ, ਜਿਹੜੀਆਂ ਢਲਦੀ ਉਮਰ ਵਿੱਚ ਸੇਵਾ ਮੁਕਤੀ ਸਮੇਂ ਹੀ ਪੂਰੀ ਤਰ੍ਹਾਂ ਖੁੱਲ੍ਹਦੀਆਂ ਹਨ। ਸੇਵਾ ਮੁਕਤੀ ਦਾ ਸਿੱਧਾ ਸੰਬੰਧ ਨੌਕਰੀ ਨਾਲ ਹੈ। ਜਿਹੜੇ ਨੌਕਰੀ ਨਹੀਂ ਵੀ ਕਰਦੇ, ਉਹ ਵੀ ਇੱਕ ਦਿਨ ਆਪਣੇ ਵਹੀ ਖਾਤਿਆਂ ਜਾਂ ਸੰਦਾਂ ਨੂੰ ਮੱਥਾ ਟੇਕ ਦਿੰਦੇ ਹਨ। ਇੱਥੋਂ ਹੀ ਜੀਵਨ ਦੇ ਦੂਜੇ ਅੱਧ ਦੀ ਯਾਤਰਾ ਆਰੰਭ ਹੁੰਦੀ ਹੈ, ਜਿਸ ਵਿੱਚ ਅਸੀਂ ਆਪਣਾ ਸਾਰਾ ਗਿਆਨ, ਤਜਰਬਾ ਅਤੇ ਅਨੁਭਵ ਵਰਤਣਾ ਹੁੰਦਾ ਹੈ। ਸੇਵਾ ਮੁਕਤੀ ਨੂੰ ਖਿੜੇ ਮੱਥੇ ਅਤੇ ਧੰਨਵਾਦੀ ਬਿਰਤੀ ਨਾਲ ਸਵੀਕਾਰ ਕਰਨ ਦੀ ਲੋੜ ਹੈ, ਕਿਉਂਕਿ ਸੈਂਕੜੇ ਵਿਅਕਤੀ ਇਹ ਅਵਸਰ ਨਸੀਬ ਹੋਣ ਤੋਂ ਪਹਿਲਾਂ ਹੀ ਸੰਸਾਰ ਨੂੰ ਫਤਿਹ ਬੁਲਾ ਜਾਂਦੇ ਹਨ। ਅਨੇਕਾਂ ਹਨ ਜਿਹੜੇ ਆਪਣੀ ਸੇਵਾ ਨਿਵਰਤੀ ਨੂੰ ਸਵੀਕਾਰ ਨਹੀਂ ਕਰਦੇ। ਉਹ ਸਮਝਦੇ ਹਨ ਕਿ ਉਹਨਾਂ ਨਾਲ ਅਣਹੋਣੀ ਹੋਈ ਹੈ। ਉਹ ਜਾ ਕੇ ਵੇਖਦੇ ਹਨ ਅਤੇ ਵੇਖ ਕੇ ਪਰੇਸ਼ਾਨ ਹੁੰਦੇ ਹਨ ਕਿ ਸਭ ਕੁਝ ਪਹਿਲੇ ਵਾਂਗ ਹੀ ਚੱਲ ਰਿਹਾ ਹੈ। ਉਹ ਭੁੱਲ ਜਾਂਦੇ ਹਨ ਕਿ ਉਹਨਾਂ ਤੋਂ ਪਹਿਲਾਂ ਵੀ ਬੜੇ ਮਹੱਤਵਪੂਰਨ ਵਿਅਕਤੀ ਸੇਵਾ ਮੁਕਤ ਹੋ ਚੁੱਕੇ ਹਨ ਅਤੇ ਉਹਨਾਂ ਨੇ ਆਪ ਵੀ ਦੂਜਿਆਂ ਦੀ ਸੇਵਾ ਨਿਵਰਤੀ ਦੀਆਂ ਮਿਤੀਆਂ ਆਪਣੀ ਡਾਇਰੀ ਵਿੱਚ ਲਿਖੀਆਂ ਹੋਈਆਂ ਸਨ। ਕਈਆਂ ਦੇ ਚਿੱਤ ਚੇਤੇ ਵਿੱਚ ਵੀ ਹੀ ਨਹੀਂ ਆਉਂਦਾ ਕਿ ਇੱਕ ਦਿਨ ਅਹੁਦਾ, ਦਫ਼ਤਰ ਜਾਂ ਸਹੂਲਤਾਂ ਛੱਡਣੀਆਂ ਪੈਣਗੀਆਂ। ਇਸ ਲਈ ਉਹ ਆਪਣੇ ਸੇਵਾ ਕਾਲ ਵਿੱਚ ਵਾਧਾ ਕਰਵਾਉਣ ਲਈ ਪਾਏਦਾਨ ਵੀ ਬਣ ਜਾਂਦੇ ਹਨ। ਭਾਗਾਂ ਵਾਲੇ ਅਨੇਕਾਂ ਉਹ ਵੀ ਹਨ ਜਿਹੜੇ ਪ੍ਰਸੰਨ ਚਿੱਤ ਨਾਲ ਸੇਵਾ ਮੁਕਤ ਹੁੰਦੇ ਹਨ। ਉਹਨਾਂ ਨੇ ਪਹਿਲਾਂ ਵੀ ਕੰਮ ਕੀਤਾ ਹੁੰਦਾ ਹੈ ਅਤੇ ਮਗਰੋਂ ਵੀ ਸੇਵਾ ਭਾਵ ਨਾਲ ਕਰਨਾ ਹੁੰਦਾ ਹੈ। ਅਜਿਹਿਆਂ ਦਾ ਮਾਣ ਸਤਿਕਾਰ ਅਹੁਦੇ ਕਾਰਨ ਨਹੀਂ, ਉਹਨਾਂ ਦੇ ਚਰਿੱਤਰ ਦੇ ਗੁਣਾਂ ਕਰਕੇ ਹੁੰਦਾ ਹੈ ਅਤੇ ਉਹਨਾਂ ਵਿੱਚ ਇੱਕ ਡੂੰਘੀ ਨਿੱਘੀ ਸੂਝ ਹੁੰਦੀ ਹੈ, ਜਿਹੜੀ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਦੀ ਹੈ। ਸੇਵਾ ਮੁਕਤੀ ਉਪਰੰਤ ਦੂਜਿਆਂ ਦਾ ਕਹਿਣਾ, ਚੰਗਾ ਆਦਮੀ ਸੀ, ਜ਼ਿੰਦਗੀ ਭਰ ਦੀ ਕਮਾਈ ਹੁੰਦੀ ਹੈ। ਕਈਆਂ ਬਾਰੇ ਤਾਂ ਇਹ ਵੀ ਸੁਣਿਆ ਜਾਂਦਾ ਹੈ, ਉਸ ਵਰਗਾ ਕੌਣ ਹੋ ਸਕਦਾ ਹੈ। ਅਜਿਹੇ ਵਿਅਕਤੀ 2 ਵਾਰੀ ਸੇਵਾ ਮੁਕਤ ਹੁੰਦੇ ਹਨ, ਇੱਕ ਵਾਰੀ ਕਰਮਚਾਰੀ ਵਜੋਂ ਅਤੇ ਦੂਜੀ ਵਾਰੀ ਚੰਗੇ ਅਤੇ ਯਾਦ ਰਹਿਣ ਵਾਲੇ ਪਿਆਰੇ ਇਨਸਾਨ ਵਜੋਂ। ਜਿਨ੍ਹਾਂ ਨੇ ਕੰਮ ਵਿੱਚੋਂ ਆਨੰਦ ਲਿਆ ਹੁੰਦਾ ਹੈ, ਉਹਨਾਂ ਨੂੰ ਕਿਸੇ ਹੋਰ ਫਲ ਦੀ ਕੋਈ ਇੱਛਾ ਨਹੀਂ ਹੁੰਦੀ। ਅਜਿਹੇ ਮਨੁੱਖ ਮਿਲਾਪੜੇ ਪਰ ਗੰਭੀਰ, ਖਾਮੋਸ਼, ਲੱਜਾਵਾਨ, ਗੁਣਾਂ ਅੱਗੇ ਝੁਕਣ ਵਾਲੇ, ਸਖੀ, ਸਹਿਯੋਗੀ, ਇਕਾਂਤ ਪ੍ਰੇਮੀ, ਸੰਗਾਊ, ਪ੍ਰਸੰਨ, ਵੈਰਾਗੀ ਅਤੇ ਤਿਆਗੀ ਹੁੰਦੇ ਹਨ। ਉਹਨਾਂ ਦੀ ਬਿਰਤੀ ਵਿੱਚ ਸੰਨਿਆਸ ਹੁੰਦਾ ਹੈ ਅਤੇ ਵਰਤਾਰੇ ਵਿੱਚ ਸਰਬੱਤ ਦੇ ਭਲੇ ਦੀ ਭਾਵਨਾ।
ਉਹ ਆਪ ਸਮੱਸਿਆਵਾਂ ਉਪਜਾਉਂਦੇ ਨਹੀਂ, ਦੂਜਿਆਂ ਦੀਆਂ ਮੁਸ਼ਕਲਾਂ ਹੱਲ ਕਰਦੇ ਹਨ। ਉਹਨਾਂ ਲਈ ਸੇਵਾ ਨਿਵਰਤੀ ਨਵੇਂ ਨਰੋਏ ਅਤੇ ਉਚੇਰੇ ਸ਼ੌਂਕ ਪਾਲਣ ਦਾ ਅਵਸਰ ਹੁੰਦੀ ਹੈ। ਸੇਵਾ ਮੁਕਤੀ ਉਪਰੰਤ ਜੀਵਨ ਨਵੀਆਂ ਲੀਹਾਂ 'ਤੇ ਚੱਲਣਾ ਹੁੰਦਾ ਹੈ। ਕਈ ਟੁੱਟੀਆਂ ਨੂੰ ਗੰਢਦੇ ਹਨ ਅਤੇ ਕਈ ਵਿਛੜਨ ਵੇਲੇ ਕੌੜੇ ਵਿਹਾਰ ਨਾਲ ਮੋਹ ਮਮਤਾ ਦੇ ਰਿਸ਼ਤੇ ਤੋੜ ਕੇ ਅੰਦਰ ਜ਼ਖਮ ਇਕੱਠੇ ਕਰਦੇ ਹਨ। ਕਈ ਗੁਆਚੇ ਲੱਗਦੇ ਹਨ, ਜਿਵੇਂ ਰਸਤਾ ਭੁੱਲ ਗਏ ਹੋਣ। ਕਈ ਜੀਵਨ ਸਾਥੀ ਦੇ ਪਹਿਲੇ ਚਲੇ ਜਾਣ ਕਾਰਨ ਇਕੱਲਤਾ ਤੋਂ ਭੈ-ਭੀਤ ਹੋ ਜਾਂਦੇ ਹਨ, ਕਿਉਂਕਿ ਮਨ ਦੀ ਖੁਸ਼ੀ ਅਤੇ ਸਵੈ-ਮਾਣ ਦੇ ਨਖਰੇ ਜੀਵਨ ਸਾਥੀ ਦੇ ਚਲੇ ਜਾਣ ਨਾਲ ਚਲੇ ਜਾਂਦੇ ਹਨ ਅਤੇ ਅੰਦਰ ਇੱਕ ਝਿਜਕ ਜਿਹੀ ਬਹਿ ਜਾਂਦੀ ਹੈ। ਆਪਣੇ ਕਾਰਜਾਂ ਦਾ ਅਸੀਂ ਭਾਵੇਂ ਹਿਸਾਬ ਨਾ ਰੱਖੀਏ, ਕੁਦਰਤ ਰੱਖਦੀ ਹੈ। ਕਈਆਂ ਦੀਆਂ ਨਿੱਕੀਆਂ ਨਿੱਕੀਆਂ ਚਤਰਾਈਆਂ, ਜਿਨ੍ਹਾਂ ਨੂੰ ਸਿਆਣਪਾਂ ਸਮਝਦੇ ਹਨ, ਸੁਖਾਵੇਂ ਅਤੇ ਨਿੱਘੇ ਸਬੰਧਾਂ ਦੀਆਂ ਤੰਦਾਂ ਇੰਝ ਤੋੜ ਜਾਂਦੀਆਂ ਹਨ ਕਿ ਦੁੱਖ ਸੁੱਖ ਵਿੱਚ ਕਿਸੇ ਤੱਕ ਆਵਾਜ਼ ਹੀ ਨਹੀਂ ਉਪੜਦੀ। ਇਹ ਘਾਟੇ ਪੁਸ਼ਤਾਂ ਤੱਕ ਸਤਾਉਂਦੇ ਰਹਿੰਦੇ ਹਨ। ਜਿੱਥੇ ਪਤੀ ਪਤਨੀ ਜਾਂ ਸੰਤਾਨ ਅਤੇ ਮਾਪਿਆਂ ਵਿਚਕਾਰ ਸੰਬੰਧ ਸੁਖਾਵੇਂ ਨਹੀਂ ਹੁੰਦੇ, ਉੱਥੇ ਮਨੁੱਖ ਅਤੇ ਕੁਦਰਤ ਦੇ ਰਿਸ਼ਤੇ ਵਿੱਚ ਵੀ ਨਿੱਘ ਨਹੀਂ ਹੁੰਦਾ। ਮਾਪਿਆਂ ਦੀ ਦੇਖਭਾਲ ਹੀ ਸੰਤਾਨ ਲਈ ਤਸੱਲੀ ਭਰਿਆ ਰੁਝੇਵਾਂ ਹੁੰਦਾ ਹੈ। ਸਾਨੂੰ ਸਾਰਿਆਂ ਨੂੰ ਮਾਪਿਆਂ ਦੀ ਲੋੜ ਹੈ, ਉਹਨਾਂ ਦੀਆਂ ਅਸੀਸਾਂ ਦੀ ਵੀ, ਨਸੀਹਤਾਂ ਦੀ ਵੀ, ਝਿੜਕਾਂ ਦੀ ਵੀ ਅਤੇ ਸਾਵਧਾਨੀਆਂ ਦੀ ਵੀ। ਉਹਨਾਂ ਦੇ ਆਖਰੀ ਸਮੇਂ ਵਿੱਚੋਂ ਉਦਾਸੀਆਂ ਕੱਢ ਕੇ ਤਸੱਲੀਆਂ ਭਰਨ ਦੀ ਲੋੜ ਹੈ। ਜਿਹੜੇ ਆਪਣੇ ਮਾਪਿਆਂ ਦੀ ਪ੍ਰਸੰਨ ਚਿੱਤ ਹੋ ਕੇ ਦੇਖਭਾਲ ਕਰਦੇ ਹਨ, ਉਹਨਾਂ ਦੇ ਮਾਪੇ ਵੀ ਤੇ ਉਹ ਆਪ ਵੀ ਪ੍ਰਸੰਨ ਲੰਮੀ ਜ਼ਿੰਦਗੀ ਜਿਉਂਦੇ ਹਨ। ਸੇਵਾ ਮੁਕਤੀ ਉਪਰੰਤ ਭਰਪੂਰ ਜ਼ਿੰਦਗੀ ਲਈ ਗਿਆਨ ਅਤੇ ਸੇਵਾ ਦੋਹਾਂ ਦੀ ਲੋੜ ਹੈ। ਗਿਆਨ ਸਾਨੂੰ ਆਪੇ ਦੀ ਸੋਝੀ ਦਿੰਦਾ ਹੈ, ਜਦੋਂ ਕਿ ਸੇਵਾ ਅਤੇ ਮੁਹੱਬਤ ਦਾ ਜਜ਼ਬਾ ਦੂਜਿਆਂ ਨੂੰ ਸਾਡੇ ਨੇੜੇ ਲਿਆਉਂਦਾ ਹੈ। ਰੋਜ਼ ਲੱਖਾਂ ਥਾਵਾਂ 'ਤੇ ਸਰਬੱਤ ਦੇ ਭਲੇ ਦੀ ਅਰਦਾਸ ਰਾਹੀਂ ਸਾਡੇ ਭਲੇ ਦੀ ਵੀ ਅਰਦਾਸ ਹੁੰਦੀ ਹੈ। ਜਿਹੜੇ ਸੋਚਦੇ ਹਨ ਉਹਨਾਂ ਕੋਲ ਸਭ ਕੁਝ ਹੈ, ਉਹਨਾਂ ਨੂੰ ਸੰਸਾਰ ਵੀ ਭਰਿਆ ਭਰਿਆ ਲੱਗਦਾ ਹੈ। ਭਰੇ ਹੋਣਾ, ਖਾਲੀ ਹੋਣਾ, ਪ੍ਰਸੰਨ ਹੋਣਾ, ਉਦਾਸ ਹੋਣਾ ਸਾਡੀ ਸੋਚ ਉੱਤੇ ਨਿਰਭਰ ਕਰਦਾ ਹੈ। ਸੇਵਾ ਅਤੇ ਵਿਸ਼ਵਾਸ ਵਿੱਚ ਆਸ ਹੁੰਦੀ ਹੈ। ਜਦੋਂ ਵਿਸ਼ਵਾਸ ਉਪਜਦਾ ਹੈ ਤਾਂ ਮਾਫ਼ ਕੀਤੇ ਜਾਣ ਦੀ ਇੱਛਾ ਅਤੇ ਮਾਫ਼ ਕਰਨ ਦੀ ਦਲੇਰੀ ਵੀ ਉਪਜਦੀ ਹੈ। ਇਹਨਾਂ ਭਾਵਨਾਵਾਂ ਵਿੱਚੋਂ ਕੁਦਰਤ ਜਾਂ ਪਰਮਾਤਮਾ ਵਿੱਚ ਵਿਸ਼ਵਾਸ ਉਪਜਦਾ ਹੈ, ਜਿਹੜਾ ਅਰਦਾਸ ਵਿੱਚ ਪ੍ਰਗਟ ਹੁੰਦਾ ਹੈ। ਅਰਦਾਸ ਰਾਹੀਂ ਅਸੀਂ ਰੱਬ ਨੂੰ ਸੂਚਨਾ ਦਿੰਦੇ ਹਾਂ ਕਿ ਸਾਨੂੰ ਤੇਰੇ ਸੋਹਣੇ ਦਰ ਦਰਵਾਜ਼ੇ ਲੱਭ ਪਏ ਹਨ। ਜੇ ਅੰਦਰ ਸ਼ਰਧਾ ਹੋਵੇ ਤਾਂ ਤਾਰੇ ਪਰਿਕਰਮਾ ਅਤੇ ਪੰਛੀ ਕੀਰਤਨ ਕਰਦੇ ਪ੍ਰਤੀਤ ਹੋਣਗੇ। ਅਰਦਾਸ ਵਿੱਚ ਹਿਲਦੇ ਬੁੱਲ੍ਹ ਹਨ, ਪਰ ਬੋਲਦੀ ਆਤਮਾ ਹੈ। ਪਿਆਰ, ਦਇਆ ਅਤੇ ਖਿਮਾ ਰੂਹਾਨੀ ਗੁਣ ਹਨ। ਇਹਨਾਂ ਗੁਣਾਂ ਤੋਂ ਬਿਨਾਂ ਸੇਵਾ ਮੁਕਤ ਵਿਅਕਤੀ ਸਨਕੀ ਬਣ ਜਾਂਦੇ ਹਨ ਅਤੇ ਜੀਵਨ ਵਿੱਚੋਂ ਖਾਰਜ ਹੋ ਜਾਂਦੇ ਹਨ। ਪੁਰਸ਼ਾਂ ਦੇ ਮੁਕਾਬਲੇ ਇਸਤਰੀਆਂ ਇਸੇ ਲਈ ਲੰਮੇਰਾ ਅਤੇ ਸੰਤੁਸ਼ਟ ਜੀਵਨ ਜਿਉਂਦੀਆਂ ਹਨ, ਕਿਉਂਕਿ ਉਹ ਧਾਰਮਿਕ ਹੁੰਦੀਆਂ ਹਨ ਅਤੇ ਉਹਨਾਂ ਵਿੱਚ ਉਪਰੋਕਤ ਰੂਹਾਨੀ ਗੁਣ ਹੁੰਦੇ ਹਨ। ਪੁਰਸ਼ਾਂ ਨੂੰ ਆਪਣੇ ਕੰਮ ਵਾਲੀ ਥਾਂ ਨਾਲ ਲਗਾਓ ਹੁੰਦਾ ਹੈ, ਜਦੋਂ ਕਿ ਕੰਮਕਾਜੀ ਇਸਤਰੀ ਦੀ ਵੀ ਪਹਿਲੀ ਵਫ਼ਾਦਾਰੀ ਘਰ ਨਾਲ ਹੁੰਦੀ ਹੈ। ਇਸਤਰੀਆਂ ਸੇਵਾ ਮੁਕਤੀ ਨੂੰ ਉਤਸ਼ਾਹ ਨਾਲ ਉਡੀਕਦੀਆਂ ਹਨ, ਜਦੋਂ ਕਿ ਪੁਰਸ਼
ਪੁਰਸ਼ਾਂ ਨੂੰ ਇਸ ਸਥਿਤੀ ਨਾਲ ਸਮਝੌਤਾ ਕਰਨਾ ਪੈਂਦਾ ਹੈ। ਸੋ ਪੁਰਸ਼ਾਂ ਨੂੰ ਆਪਣੇ ਦ੍ਰਿਸ਼ਟੀਕੋਣ ਵਿੱਚ ਤਬਦੀਲੀ ਕਰਨੀ ਪੈਂਦੀ ਹੈ। ਪਤੀ ਪਤਨੀ ਰਿਸ਼ਤਿਆਂ ਦੇ ਨਹੀਂ, ਜ਼ਿੰਮੇਵਾਰੀਆਂ ਦੇ ਨਾਂ ਹਨ। ਇਵੇਂ ਹੀ ਘਰ, ਮੰਜਾ ਬਿਸਤਰਾ, ਰਸੋਈ ਤੇ ਗੁਸਲਖਾਨਾ ਹੀ ਨਹੀਂ ਹੁੰਦਾ। ਇਹ ਸਾਡੀ ਸਭ ਪ੍ਰਕਾਰ ਦੀ ਸੁਰੱਖਿਆ ਅਤੇ ਤਸੱਲੀ ਦਾ ਕੇਂਦਰ ਵੀ ਹੁੰਦਾ ਹੈ। ਸੇਵਾ ਮੁਕਤੀ ਵਾਲੇ ਦਿਹਾੜੇ ਸਾਡਾ ਅਹੁਦਾ, ਰੁਤਬਾ ਦਫ਼ਤਰ ਹੀ ਰਹਿ ਜਾਂਦਾ ਹੈ ਅਤੇ ਅਸੀਂ ਬਾਕੀ ਦਾ ਜੀਵਨ ਗੁਜ਼ਾਰਨ ਲਈ ਆਪਣੇ ਘਰ ਪਹੁੰਚ ਜਾਂਦੇ ਹਾਂ। ਘਰ ਵਿੱਚ ਸੇਵਾ ਮੁਕਤ ਵਿਅਕਤੀ ਦੀ ਦੇਖਭਾਲ ਉਸਦੇ ਸਾਬਕਾ ਅਹੁਦੇ ਕਾਰਨ ਨਹੀਂ, ਉਸਦੇ ਵਰਤਮਾਨ ਵਿਹਾਰ ਦੇ ਆਧਾਰ ਤੇ ਹੋਵੇਗੀ। ਘਰ ਵਿੱਚ ਪਤੀ ਨੂੰ ਇੱਕ ਆਗਿਆਕਾਰੀ, ਲਾਇਕ ਵਿਦਿਆਰਥੀ ਵਾਂਗ ਵਿਚਰਨਾ ਪਵੇਗਾ। ਇਸੇ ਲਈ ਕਹਿੰਦੇ ਹਨ ਕਿ ਜੇ ਅਜੇ ਤੱਕ ਨਹੀਂ ਸਿੱਖੇ ਤਾਂ ਆਪਣੇ ਘਰ ਵਿੱਚ ਪ੍ਰਸੰਨ ਹੋ ਕੇ ਰਹਿਣਾ ਸਿੱਖੋ। ਜਿਹੜੇ ਹਰ ਵੇਲੇ ਘਰ ਰਹਿੰਦਾ ਹੈ, ਉਹ ਘਰ ਤੋਂ ਸਿਵਾਏ ਕੁਝ ਨਹੀਂ ਵੇਖਦਾ। ਉਸਨੂੰ ਬਿਮਾਰੀ ਨਹੀਂ, ਉਹ ਬਿਮਾਰੀ ਨੂੰ ਲੱਗ ਜਾਂਦਾ ਹੈ ਅਤੇ ਦਵਾਈਆਂ ਦੀ ਗਿਣਤੀ ਵਧਣ ਲੱਗ ਪੈਂਦੀ ਹੈ। ਬਿਸਤਰੇ ਤੋਂ ਗੁਸਲਖਾਨੇ ਤੱਕ ਜਾਣ ਨੂੰ ਸੈਰ ਨਹੀਂ ਕਹਿੰਦੇ। ਸੈਰ ਘਰੋਂ ਬਾਹਰ, ਘਰੋਂ ਦੂਰ ਜਾਣ ਦਾ ਨਾਂ ਹੈ। ਜਿਤਨੀ ਲੰਮੀ ਸੈਰ ਹੋਵੇਗੀ, ਉਤਨੀ ਚੰਗੀ ਸਿਹਤ ਹੋਵੇਗੀ। ਅਸੀਂ ਸੈਰ ਨਾਲ ਤੰਦਰੁਸਤ ਨਹੀਂ ਹੁੰਦੇ, ਸਗੋਂ ਤੰਦਰੁਸਤ ਹੋਣ ਕਰਕੇ ਸੈਰ ਕੀਤੀ ਜਾਂਦੀ ਹੈ। ਪੁਰਸ਼ਾਂ ਲਈ ਘਰ ਤੋਂ ਬਾਹਰ ਜਾਣਾ ਇਸ ਲਈ ਵੀ ਜ਼ਰੂਰੀ ਹੈ ਤਾਂ ਜੋ ਪਤਨੀ ਨੂੰ ਕੁਝ ਚਿਰ ਸੌਖਾ ਸਾਹ ਆਵੇ। ਜਿਹੜੇ ਸੇਵਾ ਮੁਕਤੀ ਉਪਰੰਤ ਘਰ ਦੇ ਚੌਕੀਦਾਰ ਅਤੇ ਪਤਨੀ ਦੇ ਪਹਿਰੇਦਾਰ ਬਣ ਜਾਂਦੇ ਹਨ, ਉਹ ਜਿੱਥੇ ਵੀ ਹੁੰਦੇ ਹਨ ਉੱਥੇ ਹੀ ਨਰਕ ਸਿਰਜ ਲੈਂਦੇ ਹਨ। ਸੇਵਾ ਮੁਕਤੀ ਉਪਰੰਤ ਪਤੀ ਦੇ ਹਰ ਵੇਲੇ ਘਰ ਰਹਿਣ ਦਾ ਤਣਾਅ ਉਪਜਦਾ ਹੈ ਅਤੇ ਪਤਨੀ ਵਿੱਚ ਖਿਝਣ ਦੀ ਬਿਰਤੀ ਵੱਧਦੀ ਹੈ। ਪਤਨੀ ਨਾਲ ਸਾਰਾ ਜੀਵਨ ਪੁਰਸ਼ ਨੇ ਜੋ ਚੰਗਾ ਮਾੜਾ ਵਿਹਾਰ ਕੀਤਾ ਹੁੰਦਾ ਹੈ, ਉਸ ਦਾ ਸੇਵਾ ਮੁਕਤੀ ਸਮੇਂ ਪਤਨੀ ਆਲੋਚਨਾਤਮਕ ਮੁਲਾਂਕਣ ਕਰਦੀ ਹੈ। ਯਾਦ ਰੱਖਣ ਦੀ ਲੋੜ ਹੈ ਕਿ ਸੇਵਾ ਮੁਕਤੀ ਇੱਕ ਨਵੀਂ ਨਿਯੁਕਤੀ ਹੁੰਦੀ ਹੈ। ਹੁਣ ਤੁਹਾਡਾ ਕੁਝ ਵੀ ਵੇਖ ਕੇ ਅਣਡਿੱਠ ਨਹੀਂ ਕੀਤਾ ਜਾਵੇਗਾ। ਟੂਟੀ ਖੁੱਲੀ ਛੱਡਣ ਅਤੇ ਬੱਤੀ ਜਗਦੀ ਰਹਿਣ ਤੇ ਟਿੱਪਣੀ ਕੀਤੀ ਜਾਵੇਗੀ। ਸੇਵਾ ਮੁਕਤੀ ਉਪਰੰਤ ਤੁਹਾਡੀ ਪ੍ਰਸ਼ੰਸਾ ਘੱਟ ਅਤੇ ਆਲੋਚਨਾ ਵਧੇਰੇ ਹੋਵੇਗੀ। ਪਤੀ ਨੇ ਘਰ ਨੂੰ ਬਾਹਰੋਂ ਮਜ਼ਬੂਤ ਕਰਨਾ ਹੁੰਦਾ ਹੈ, ਜਦੋਂ ਕਿ ਪਤਨੀ ਨੇ ਘਰ ਨੂੰ ਅੰਦਰੋਂ ਸੁਖਾਵਾਂ ਬਣਾਉਣਾ ਹੁੰਦਾ ਹੈ। ਘਰ ਵਿੱਚ ਲਗਭਗ ਸਾਰਾ ਸਮਾਨ ਇਸਤਰੀ ਨੇ ਆਪਣੀ ਤਰਤੀਬ ਨਾਲ ਟਿਕਾਇਆ ਹੁੰਦਾ ਹੈ। ਉਹ ਵਿਘਨ ਬਰਦਾਸ਼ਤ ਨਹੀਂ ਕਰਦੀ। ਸੋ ਸ਼ੁਰੂ ਵਿੱਚ ਪਤੀ ਪਤਨੀ ਲਈ ਘਰ ਵਿੱਚ ਅਜਿਹੇ ਮਹਿਮਾਨ ਵਰਗਾ ਹੁੰਦਾ ਹੈ ਜਿਹੜਾ ਵਾਪਸ ਜਾਣਾ ਭੁੱਲ ਗਿਆ ਹੋਵੇ। ਜੇ ਪਤਨੀ ਦੀ ਸੇਵਾ ਮੁਕਤ ਹੋਈ ਹੋਵੇ ਤਾਂ ਉਹ ਪਤੀ ਤੋਂ ਅਨੁਸ਼ਾਸਨ ਵਿੱਚ ਰਹਿਣ ਦੀ ਆਸ ਕਰਦੀ ਹੈ। ਪਤੀ ਦਾ ਰਸੋਈ ਵਿੱਚ ਜਾਣਾ, ਚੀਜ਼ਾਂ ਤੋੜਨਾ ਅਤੇ ਡੋਲਣਾ ਇਸਤਰੀ ਲਈ ਸਭ ਤੋਂ ਵੱਡੀ ਪਰੇਸ਼ਾਨੀ ਹੁੰਦੀ ਹੈ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਘਰ ਅੰਦਰ ਪਤੀ ਦੇ ਅਧਿਕਾਰ ਹੁੰਦੇ ਹਨ ਅਤੇ ਪਤੀ ਦੇ ਫਰਜ਼। ਅਕਸਰ ਪਤਨੀ ਲਈ ਪਤੀ ਦੀ ਸੇਵਾ ਮੁਕਤੀ ਅੱਧੀ ਤਨਖਾਹ ਅਤੇ ਦੁੱਗਣੀ ਪਰੇਸ਼ਾਨੀ ਹੋ ਨਿਬੜਦੀ ਹੈ। ਕਈ ਸੇਵਾ ਮੁਕਤੀ ਉਪਰੰਤ ਚਾਦਰ ਨਾਲੋਂ ਪੈਰ ਵਧੇਰੇ ਪਸਾਰ ਲੈਂਦੇ ਹਨ, ਸੋ ਉਹਨਾਂ ਨੂੰ ਹੱਥ ਵੀ ਪਸਾਰਨੇ ਪੈ ਜਾਂਦੇ ਹਨ। ਉਂਝ ਤਾਂ ਬਹੁਤੇ ਵਿਅਕਤੀਆਂ ਦੀ ਉਮਰ ਵਧਣ ਨਾਲ ਸਿਆਣਪ ਵੀ ਵੱਧਦੀ ਹੈ, ਪਰ ਕਈਆਂ ਦੀ ਕੇਵਲ ਉਮਰ ਹੀ ਵੱਧਦੀ ਹੈ। ਕਈਆਂ ਦਾ ਤਜਰਬਾ ਤਾਂ ਵੱਧਦਾ ਹੈ, ਪਰ ਮੂਰਖਤਾ ਘਟਦੀ ਨਹੀਂ।
ਕਿਸੇ ਵੀ ਇਸਤਰੀ ਨੂੰ ਨਿਕੰਮਾ ਬੰਦਾ ਚੰਗਾ ਨਹੀਂ ਲੱਗਦਾ, ਭਾਵੇਂ ਉਹ ਉਸਦਾ ਪਤੀ ਹੀ ਕਿਉਂ ਨਾ ਹੋਵੇ। ਇਹ ਸਮਝਣਾ ਜ਼ਰੂਰੀ ਹੈ ਕਿ ਜਿਸ ਸੋਚ ਨਾਲ ਸਮੱਸਿਆਵਾਂ ਉਪਜਦੀਆਂ ਹਨ, ਉਸੇ ਸੋਚ ਨਾਲ ਉਹ ਹੱਲ ਨਹੀਂ ਹੁੰਦੀਆਂ। ਉਹਨਾਂ ਨੂੰ ਹੱਲ ਕਰਨ ਵਾਸਤੇ ਉਚੇਰੀ ਸੋਚ ਦੀ ਲੋੜ ਪੈਂਦੀ ਹੈ। ਸੇਵਾ ਮੁਕਤੀ ਉਪਰੰਤ ਤਸੱਲੀ ਸੰਜਮ ਵਿੱਚੋਂ ਮਿਲੇਗੀ। ਸੰਜਮ ਆਪਣੇ ਆਪ ਵਿੱਚ ਹੀ ਇੱਕ ਚੰਗੀ ਆਦਤ ਨਹੀਂ, ਇਹ ਹਰ ਚੰਗੀ ਆਦਤ ਦਾ ਭਾਗ ਵੀ ਹੁੰਦਾ ਹੈ। ਸੇਵਾ ਮੁਕਤ ਹੋ ਕੇ ਹੀ ਪਤਾ ਲੱਗਦਾ ਹੈ ਕਿ ਅਸੀਂ ਨੌਕਰੀ ਦੇ ਸੌੜੇ ਜਿਹੇ ਦਾਇਰੇ ਨੂੰ ਕਿਤਨਾ ਵੱਡਾ ਪਸਾਰਾ ਸਮਝਣ ਦਾ ਭਰਮ ਸਿਰਜਿਆ ਹੋਇਆ ਸੀ। ਅਹੁਦਾ, ਸਰਦਾਰੀ, ਚੌਧਰ ਆਦਿ ਜੇ ਨਿਮਰਤਾ ਅਤੇ ਹਮਦਰਦੀ ਵਿਹੂਣੇ ਹੋਣ ਤਾਂ ਇਹ ਕਈਆਂ ਦੀ ਨਫ਼ਰਤ ਦਾ ਨਿਸ਼ਾਨਾ ਬਣਦੇ ਹਨ। ਮੁਹੱਬਤ ਅਤੇ ਹਾਂ ਪੱਖੀ ਅਨੁਭਵਾਂ ਜਾਂ ਕਾਰਨਾਂ ਨਾਲ ਅਸੀਂ ਸਮੁੱਚੀ ਕਾਇਨਾਤ ਨਾਲ ਜੁੜਦੇ ਹਾਂ। ਇਸ ਅਵਸਥਾ ਵਿੱਚ ਸਾਨੂੰ ਕਿਸੇ ਉਪਦੇਸ਼ ਜਾਂ ਨਸੀਹਤ ਦੀ ਲੋੜ ਨਹੀਂ ਪੈਂਦੀ ਅਤੇ ਨਾ ਕੇਵਲ ਅਸੀਂ ਆਪਣੀਆਂ ਸਮੱਸਿਆਵਾਂ ਸੁਲਝਾਉਂਦੇ ਹਾਂ, ਸਗੋਂ ਦੂਜਿਆਂ ਦੀਆਂ ਸਮੱਸਿਆਵਾਂ ਸੁਲਝਾਉਣ ਵਿੱਚ ਵੀ ਸਹਿਯੋਗੀ ਹੁੰਦੇ ਹਾਂ। ਇਸ ਹਾਲਤ ਵਿੱਚ ਤੁਸੀਂ ਜੋ ਕੁਝ ਵੀ ਕਰੋਗੇ ਉਹ ਠੀਕ ਹੋਵੇਗਾ, ਕਿਉਂਕਿ ਠੀਕ ਅਤੇ ਸਹੀ ਤੋਂ ਸਿਵਾਏ ਤੁਸੀਂ ਕੁਝ ਕਰ ਹੀ ਨਹੀਂ ਸਕੋਗੇ। ਵੱਡੇ ਵਰਤਾਰੇ ਨਾਲ ਜੁੜ ਕੇ ਅਸੀਂ ਹਉਮੈ ਮੁਕਤ ਹੋ ਜਾਂਦੇ ਹਾਂ ਅਤੇ ਹਉਮੈ ਮੁਕਤ ਹੋਣ ਕਰਕੇ ਅਸੀਂ ਸ਼ਾਂਤ ਹੋ ਜਾਂਦੇ ਹਾਂ। ਸੇਵਾ ਮੁਕਤੀ ਉਪਰੰਤ ਅਸੀਂ ਜਿਤਨੀ ਹਉਮੈ ਤਿਆਗਦੇ ਜਾਂਦੇ ਹਾਂ, ਉਤਨੇ ਸ਼ਾਂਤ ਹੁੰਦੇ ਜਾਂਦੇ ਹਾਂ। ਇਹ ਇੱਕ ਢੰਗ ਹੈ ਆਪਣੇ ਅੰਤਲੇ ਅਹੁਦੇ ਅਤੇ ਰੁਤਬੇ ਤੋਂ ਵੀ ਵੱਡੇ ਹੋਣ ਦਾ। ਸੰਸਾਰ ਸਾਡੇ ਛੋਟੇ ਜਿਹੇ ਮਨ ਦਾ ਹੀ ਵੱਡਾ ਪਸਾਰਾ ਵਰਤਾਰਾ ਹੈ। ਸਹਿਯੋਗ ਨਾਲ ਅਸੀਂ ਦੂਜਿਆਂ ਨਾਲ ਜੁੜਦੇ ਹਾਂ ਅਤੇ ਅੱਗੋਂ ਹੋਰਾਂ ਨਾਲ ਜੁੜਦੇ ਜਾਂਦੇ ਹਾਂ। ਸਹਿਯੋਗ ਵੀ ਇੱਕ ਦਾਨ ਹੈ ਅਤੇ ਕੋਈ ਵੀ ਦਾਨ ਦੇਣਾ ਦਿਲ ਦਾ ਗੁਣ ਹੁੰਦਾ ਹੈ, ਹੱਥਾਂ ਦੀ ਤਾਕਤ ਨਹੀਂ। ਸਾਡੀ ਸਭ ਤੋਂ ਵੱਡੀ ਤਾਕਤ ਕਿਸੇ ਦੀ ਲੋੜ ਬਣੇ ਰਹਿਣਾ ਹੁੰਦੀ ਹੈ। ਨੌਕਰੀ ਦੌਰਾਨ ਅਸੀਂ ਕਿਸੇ ਨੂੰ ਆਪਣੇ ਸਵਾਰਥ ਅਧੀਨ ਅਤੇ ਉਸਦੇ ਰੁਤਬੇ ਅਤੇ ਅਧਿਕਾਰਾਂ ਦੀ ਸ਼ਕਤੀ ਕਾਰਨ ਮਿਲਣ ਜਾਂਦੇ ਹਾਂ, ਜਦੋਂ ਕਿ ਸੇਵਾ ਮੁਕਤੀ ਉਪਰੰਤ ਰਿਸ਼ਤੇ ਅੰਦਰਲੇ ਗੁਣਾਂ, ਮਿਲਣੀ ਦੀ ਤਾਂਘ, ਉਦਾਰਤਾ ਅਤੇ ਸਹਿਯੋਗੀ ਬਿਰਤੀ ਉੱਤੇ ਆਧਾਰਿਤ ਹੁੰਦੇ ਹਨ। ਸੰਸਾਰ ਨੇ, ਸਮਾਜ ਨੇ, ਨੌਕਰੀ ਅਤੇ ਅਹੁਦੇ ਨੇ ਸਾਨੂੰ ਬਹੁਤ ਕੁਝ ਦਿੱਤਾ ਹੁੰਦਾ ਹੈ। ਧੰਨਵਾਦੀ ਹੋਣ ਅਤੇ ਵਾਪਸ ਕਰਨ ਦੀ ਜ਼ਿੰਮੇਵਾਰੀ ਸਾਡੀ ਹੁੰਦੀ ਹੈ। ਜਦੋਂ ਤੱਕ ਕੋਈ ਸੇਵਾ ਮੁਕਤ ਹੁੰਦਾ ਹੈ, ਉਸਨੇ ਭੋਜਨ, ਪੈਸਾ, ਸਫਲਤਾ, ਰੁਤਬਾ, ਸੁਰੱਖਿਆ, ਪਿਆਰ, ਕਾਮ ਆਦਿ ਸਭ ਕੁਝ ਹੰਢਾ ਲਿਆ ਹੁੰਦਾ ਹੈ। ਪਰ ਇਸ ਦੇ ਬਾਵਜੂਦ ਕਈ ਵਿਅਕਤੀ ਗਿਲੇ ਸ਼ਿਕਵੇ ਹੀ ਕਰਦੇ ਰਹਿੰਦੇ ਹਨ, ਜਿਹੜੇ ਇਸ ਗੱਲ ਦੇ ਸੂਚਕ ਹੁੰਦੇ ਹਨ ਕਿ ਉਹਨਾਂ ਵੱਲੋਂ ਜੀਵਨ ਚੰਗੀ ਤਰ੍ਹਾਂ ਜੀਵਿਆ ਨਹੀਂ ਗਿਆ, ਜਿਸ ਕਾਰਨ ਦਿਲ ਅਤੇ ਦਿਮਾਗ ਵਿਚਕਾਰ, ਮਨੁੱਖ ਅਤੇ ਕੁਦਰਤ ਵਿਚਕਾਰ ਵਿੱਥ ਬਣੀ ਰਹਿੰਦੀ ਹੈ। ਮੌਤ ਦਾ ਡਰ, ਖੁਸ਼ੀ ਜਾਂ ਉਦਾਸੀ ਵੀ ਜੀਵਨ ਨੂੰ ਚੰਗੇ ਜਾਂ ਮਾੜੇ ਢੰਗ ਨਾਲ ਜਿਉਣ ਦੇ ਅਨੁਪਾਤ ਵਿੱਚ ਹੁੰਦੀ ਹੈ। ਮੇਰਾ ਇੱਕ ਮਿੱਤਰ ਦੱਸ ਰਿਹਾ ਸੀ, ਜਦੋਂ ਮੈਂ ਸੇਵਾ ਮੁਕਤ ਹੋਇਆ ਤਾਂ ਉਸ ਤੋਂ ਪਹਿਲੇ ਵੀ ਮੇਰੇ ਦਫ਼ਤਰ ਦੇ ਦਰਖਤ ਤੋਂ ਕਿਤਨੇ ਹੀ ਪੱਤੇ ਝੜ ਚੁੱਕੇ ਸਨ। ਮੈਨੂੰ ਖਿਆਲ ਸੀ ਕਿ ਮੇਰੀ ਉਮਰ ਦਾ ਕਿਸੇ ਨੂੰ ਪਤਾ ਨਹੀਂ ਸੀ ਅਤੇ ਇਸ ਕਾਰਨ ਹੀ ਸੇਵਾ ਮੁਕਤੀ ਤੋਂ ਪਹਿਲੇ ਮੈਂ ਕੁਝ ਮਹੀਨਿਆਂ ਦੀ ਰਵਾਇਤੀ ਛੁੱਟੀ ਵੀ ਨਾ ਲਈ। ਪਰ ਜਦੋਂ ਮੈਨੂੰ ਦਿੱਤੀ ਜਾਣ ਵਾਲੀ ਵਿਦਾਇਗੀ ਪਾਰਟੀ ਦਾ ਸੱਦਾ ਪੱਤਰ ਮਿਲਿਆ
ਤਾਂ ਪਤਾ ਲੱਗਿਆ ਕਿ ਮੇਰੇ ਕਮਰੇ ਨੂੰ ਲੈਣ ਲਈ ਤਾਂ ਕਈ ਮਹੀਨਿਆਂ ਤੋਂ ਸਿਫਾਰਸ਼ਾਂ ਦਾ ਸਿਲਸਿਲਾ ਚੱਲ ਰਿਹਾ ਸੀ। ਮੇਰਾ ਵਿਸ਼ਵਾਸ ਸੀ ਕਿ ਮੈਨੂੰ ਸੇਵਾ ਮੁਕਤ ਕਰਕੇ ਮਹਿਕਮੇ ਨੂੰ ਸਖਤ ਅਫਸੋਸ ਹੋਵੇਗਾ, ਪਰ ਮੈਨੂੰ ਵਿਦਾ ਕਰਨ ਲਈ ਵਿਖਾਇਆ ਜਾ ਰਿਹਾ ਚਾਅ ਮੈਨੂੰ ਖੁਸ਼ੀ ਵੀ ਦੇ ਰਿਹਾ ਸੀ, ਪਰ ਨਾਲ ਹੀ ਪਰੇਸ਼ਾਨ ਵੀ ਕਰ ਰਿਹਾ ਸੀ। ਕਈਆਂ ਨੇ ਮੇਰਾ ਦਿਲ ਰੱਖਣ ਲਈ ਕਿਹਾ, ਤੁਸੀਂ ਮਹਿਕਮੇ ਦੀ ਯਾਦਗਾਰੀ ਸੇਵਾ ਕੀਤੀ ਹੈ। ਮੈਨੂੰ ਪਤਾ ਲੱਗਿਆ ਕਿ ਮੈਨੂੰ ਵਿਦਾ ਕਰਨ ਦੀਆਂ ਤਿਆਰੀਆਂ ਕਈ ਦਿਨਾਂ ਤੋਂ ਚੱਲ ਰਹੀਆਂ ਸਨ ਅਤੇ ਇਸ ਅਰਸੇ ਦੌਰਾਨ ਮੇਰੇ ਪ੍ਰਤੀ ਅਣਗਹਿਲੀ ਸ਼ੁਰੂ ਹੋ ਗਈ ਸੀ। ਜਿਹੜਾ ਸੇਵਾਦਾਰ ਬਿਨਾਂ ਬੁਲਾਏ ਹੀ ਕਈ ਵਾਰੀ ਪੁੱਛਦਾ ਸੀ, ਕੋਈ ਸੇਵਾ ਦੱਸੋ, ਉਹ ਵੀ ਹੁਣ 3-4 ਵਾਰੀ ਬੁਲਾਉਣ ਮਗਰੋਂ ਆ ਕੇ ਕਹਿਣ ਲੱਗ ਪਿਆ ਸੀ, ਕੀ ਹੈ? ਜਿਵੇਂ ਮਰਨ ਵਾਲੇ ਦੀਆਂ ਗਲਤੀਆਂ ਮਾਫ਼ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਕੇਵਲ ਨੇਕੀਆਂ ਯਾਦ ਰੱਖੀਆਂ ਜਾਂਦੀਆਂ ਹਨ, ਉਵੇਂ ਵਿਦਾਇਗੀ ਪਾਰਟੀ ਵਿੱਚ ਮੈਨੂੰ ਵੀ ਚੰਗਾ ਇਨਸਾਨ ਸਾਬਤ ਕੀਤਾ ਜਾ ਰਿਹਾ ਸੀ। ਇੰਜ ਲੱਗਦਾ ਸੀ ਕਿ ਮੇਰੇ ਇਹ ਗੁਣ ਉਹਨਾਂ ਨੂੰ ਨੌਕਰੀ ਦੇ ਅਖੀਰਲੇ ਦਿਨ ਦੀ ਦੁਪਹਿਰ ਮਗਰੋਂ ਹੀ ਵਿਖਾਈ ਦੇਣ ਲੱਗੇ ਸਨ। ਜਿਹੜੇ ਉਂਝ ਕੰਜੂਸ ਸਨ, ਉਹ ਵੀ ਅੱਜ ਮੇਰੀ ਪ੍ਰਸ਼ੰਸਾ ਵਿੱਚ ਸ਼ਬਦਾਂ ਵਿਸ਼ੇਸ਼ਣਾਂ ਨੂੰ ਖੁੱਲ੍ਹ ਕੇ ਖਰਚ ਕਰ ਰਹੇ ਸਨ। ਮੇਰੀ ਆਪਣੀ ਸੇਵਾ ਮੁਕਤੀ ਵੇਲੇ ਕਈਆਂ ਨੇ ਤਾਂ ਅਜਿਹੇ ਜਜ਼ਬਾਤ ਪ੍ਰਗਟਾਏ ਕਿ ਜਿਵੇਂ ਮੈਂ ਮਹਿਕਮੇ ਤੋਂ ਨਹੀਂ, ਇਸ ਦੁਨੀਆ ਤੋਂ ਹੀ ਜਾ ਰਿਹਾ ਸਾਂ। ਸ਼ਰਧਾਂਜਲੀਆਂ ਉਪਰੰਤ ਜਦੋਂ ਚੰਦਾ ਇਕੱਠਾ ਕਰਕੇ ਖਰੀਦੇ ਤੋਹਫ਼ੇ ਮੇਰੀ ਕਾਰ ਵਿੱਚ ਰੱਖ ਦਿੱਤੇ ਗਏ ਤਾਂ ਮੇਰੀ ਕਾਰ ਸਟਾਰਟ ਹੀ ਨਾ ਹੋਈ। ਸ਼ਾਇਦ ਮੇਰੀ ਕਾਰ ਨੇ ਮੇਰੀ ਸੇਵਾ ਮੁਕਤੀ ਸਵੀਕਾਰ ਨਹੀਂ ਸੀ ਕੀਤੀ, ਪਰ ਮੇਰੇ ਸਹਿਕਰਮੀਆਂ ਨੇ ਧੱਕਾ ਮਾਰ ਕੇ ਮੇਰੀ ਕਾਰ ਯੂਨੀਵਰਸਿਟੀ ਤੋਂ ਬਾਹਰ ਪਹੁੰਚਾ ਦਿੱਤੀ। ਪ੍ਰਗਟਾਏ ਜਜ਼ਬਾਤਾਂ ਵਿੱਚ ਰੁੜ੍ਹ ਜਾਣ ਕਾਰਨ ਮੈਨੂੰ ਪਤਾ ਹੀ ਨਹੀਂ ਸੀ ਲੱਗਿਆ ਕਿ ਮੈਂ ਕਾਰ ਨੂੰ ਸਕੂਟਰ ਵਾਲੀ ਚਾਬੀ ਲਾਈ ਹੋਈ ਸੀ। ਘਰ ਵੱਲ ਜਾਂਦਿਆਂ ਸੋਚਿਆ, ਪਤਾ ਨਹੀਂ ਪਤਨੀ ਦਾ ਵਿਹਾਰ ਕਿਹੋ ਜਿਹਾ ਹੋਵੇਗਾ, ਪਰ ਉਹ ਝੱਟ ਚਾਹ ਬਣਾ ਲਿਆਈ ਅਤੇ ਬੋਲੀ, ਅੱਜ ਤੁਸੀਂ ਗੈਰ ਪ੍ਰੋਫੈਸਰੀ ਚਿਹਰੇ ਨਾਲ ਘਰ ਆਏ ਹੋ। ਘਰ ਪਹੁੰਚ ਕੇ ਮੈਨੂੰ ਦਫ਼ਤਰ ਸੌੜਾ ਅਤੇ ਘਰ ਖੁੱਲ੍ਹਾ ਲੱਗ ਰਿਹਾ ਸੀ। ਸੇਵਾ ਮੁਕਤੀ ਉਪਰੰਤ ਇੱਕ ਮਜਬੂਰੀ ਇਹ ਬਣਦੀ ਹੈ ਕਿ ਸਾਨੂੰ ਆਪਣੀ ਅਕਲ ਵਾਂਗ ਹੀ ਆਪਣੀ ਆਮਦਨ ਪੈਨਸ਼ਨ ਵਿੱਚ ਗੁਜ਼ਾਰਾ ਕਰਨਾ ਪੈਂਦਾ ਹੈ, ਕਿਉਂਕਿ ਝੂਠੀ ਪ੍ਰਸ਼ੰਸਾ ਕਰਨ ਵਾਲੇ ਨਹੀਂ ਰਹਿੰਦੇ। ਸੋ ਆਪਣੇ ਆਪ ਨਾਲ ਜਾਣ ਪਛਾਣ ਦੀ ਇਹ ਪਹਿਲੀ ਵੰਗਾਰ ਹੁੰਦੀ ਹੈ ਅਤੇ ਦੂਜਿਆਂ ਬਾਰੇ ਹੀ ਨਹੀਂ, ਸਾਨੂੰ ਆਪਣੇ ਆਪ ਬਾਰੇ ਵੀ ਰਾਏ ਬਦਲਣੀ ਪੈਂਦੀ ਹੈ। ਕਈਆਂ ਵਿੱਚ ਜਦੋਂ ਕੁਰੀਤੀਆਂ ਦੀ ਹਿੰਮਤ ਨਹੀਂ ਰਹਿੰਦੀ ਤਾਂ ਕਹਿੰਦੇ ਹਨ, ਸਭ ਕੁਝ ਤਿਆਗ ਦਿੱਤਾ ਹੈ। 40 ਸਾਲ ਨੌਕਰੀ ਕਰਨ ਉਪਰੰਤ ਸੋਝੀ ਹੁੰਦੀ ਹੈ ਕਿ ਉਹ ਸਮਾਂ ਤਾਂ ਆਇਆ ਹੀ ਨਹੀਂ ਜਿਸ ਦੀ ਉਡੀਕ ਸੀ। ਉਹ ਆਰਾਮ, ਸੁੱਖ ਅਤੇ ਸ਼ਾਂਤੀ ਤਾਂ ਮਿਲੀ ਹੀ ਨਹੀਂ ਜਿਸ ਦਾ ਮੈਂ ਹੱਕਦਾਰ ਸੀ। ਸੇਵਾ ਮੁਕਤ ਹੋਣ ਉਪਰੰਤ ਹੀ ਪਤਾ ਲੱਗਦਾ ਹੈ ਕਿ ਸ਼ਾਂਤੀ ਅਤੇ ਖੁਸ਼ੀ ਦਾ ਹੱਕਦਾਰ ਨਹੀਂ ਹੋਣਾ ਹੁੰਦਾ, ਖੁਸ਼ੀ ਅਤੇ ਸ਼ਾਂਤੀ ਦੀ ਚੋਣ ਕਰਨੀ ਹੁੰਦੀ ਹੈ। ਇਹ ਵੀ ਪਤਾ ਲੱਗਦਾ ਹੈ ਕਿ ਪ੍ਰਸੰਨ ਹੋਣ ਅਤੇ ਸ਼ਾਂਤ ਹੋਣ ਵਿੱਚ ਕਿਸੇ ਵੱਲੋਂ ਕੋਈ ਰੁਕਾਵਟ ਤਾਂ ਹੈ ਨਹੀਂ, ਪਰ ਖੁਸ਼ ਜਾਂ ਸ਼ਾਂਤ ਹੋਣ ਦੀ ਪਹਿਲੀ ਸ਼ਰਤ ਹੈ ਦੂਜਿਆਂ ਨਾਲ ਆਪਣਾ ਮੁਕਾਬਲਾ ਕਰਨ ਤੋਂ ਮੁਕਤ ਹੋਣਾ। ਮੁਕਾਬਲੇ ਵਿੱਚੋਂ ਵਿਰੋਧ ਉਪਜਦਾ ਹੈ ਅਤੇ ਵਿਰੋਧ ਵਿੱਚੋਂ ਨਿਰਾਸ਼ਤਾ ਪੈਦਾ ਹੁੰਦੀ ਹੈ। ਇਹ ਕਹਿਣ ਦੀ ਵੀ ਲੋੜ ਨਹੀਂ ਕਿ ਮੇਰੀ ਯੋਗਤਾ ਦਾ ਸਹੀ ਮੁੱਲ ਨਹੀਂ ਪਿਆ,
ਕਿਉਂਕਿ ਜੋ ਕੁਝ ਮਿਲਿਆ ਹੁੰਦਾ ਹੈ ਅਤੇ ਜੋ ਕੁਝ ਕੋਲ ਹੁੰਦਾ ਹੈ ਜਾਂ ਜਿਸ ਪੜਾਅ 'ਤੇ ਅਸੀਂ ਸੇਵਾ ਮੁਕਤ ਹੋਏ ਹੁੰਦੇ ਹਾਂ, ਉਹ ਵੀ ਘੱਟ ਨਹੀਂ ਹੁੰਦਾ। ਵਾਸਤਵ ਵਿੱਚ ਮਨੁੱਖ ਦੂਜਿਆਂ ਦੀ ਨਿੰਦਾ ਕਰਨ ਦੇ ਬਹਾਨੇ ਲੱਭਦਾ ਰਹਿੰਦਾ ਹੈ ਅਤੇ ਆਪ ਦੁਖੀ ਹੁੰਦਾ ਰਹਿੰਦਾ ਹੈ। ਦੁੱਖ ਦਾ ਕੋਈ ਲਾਭ ਜਾਂ ਉਦੇਸ਼ ਨਹੀਂ ਹੁੰਦਾ, ਇਸੇ ਲਈ ਇਹ ਪਰੇਸ਼ਾਨ ਕਰਦਾ ਹੈ। ਨਿੰਦਾ ਤੋਂ ਮੁਕਤ ਹੋਏ ਬਿਨਾਂ ਸੰਤੁਸ਼ਟ ਹੋਣਾ ਅਸੰਭਵ ਹੈ। ਜੇ ਭੁੱਖ ਲੱਗਦੀ ਹੈ, ਜੇ ਭੋਜਨ ਸਵਾਦ ਲੱਗਦਾ ਹੈ, ਜੇ ਕਦੇ-ਕਦੇ ਕੋਈ ਇਸਤਰੀ ਸੋਹਣੀ ਲੱਗਦੀ ਹੈ, ਕਿਧਰੇ ਕੋਈ ਪੁਰਸ਼ ਸਿਆਣਾ ਪ੍ਰਤੀਤ ਹੁੰਦਾ ਹੈ, ਤਾਂ ਇਹ ਸਭ ਜੀਵਨ ਨੂੰ ਮਾਣਨ ਦੇ ਅਵਸਰ ਹਨ। ਸੇਵਾ ਮੁਕਤੀ ਉਪਰੰਤ ਨੀਂਦਰ ਸਭ ਤੋਂ ਵੱਡੀ ਨਿਆਮਤ ਹੈ ਅਤੇ ਸਿਹਤ ਪੱਖੋਂ ਤੰਦਰੁਸਤ ਹੋਣ ਦੀ ਇਹ ਸਭ ਤੋਂ ਵੱਡੀ ਨਿਸ਼ਾਨੀ ਹੈ। ਇਹ ਸਭ ਦਰਦਾਂ ਦਾ ਇਲਾਜ ਤਾਂ ਹੈ ਹੀ, ਇਹ ਸਭ ਤੋਂ ਵੱਡਾ ਮਨੋਰੰਜਨ ਅਤੇ ਸਭ ਤੋਂ ਉੱਚੀ ਮੌਜ ਵੀ ਹੈ। ਜਦੋਂ ਨੀਂਦਰ ਆਈ ਹੋਵੇ, ਵਕਤ ਕੋਈ ਹੋਵੇ, ਲੱਗਦਾ ਹੈ ਰਾਤ ਪੈਣ ਵਾਲੀ ਹੈ। ਜੇ ਤੁਸੀਂ ਬੱਚਿਆਂ ਵਾਂਗ ਸੌਂ ਸਕਦੇ ਹੋ ਤਾਂ ਤੁਸੀਂ ਬਾਦਸ਼ਾਹ ਹੋ। ਨਿਰਸੰਦੇਹ ਚੰਗੀਆਂ ਕਦਰਾਂ ਕੀਮਤਾਂ ਘਟ ਰਹੀਆਂ ਹਨ, ਪਰ ਤਸੱਲੀ ਵਾਲੀ ਗੱਲ ਹੈ ਕਿ ਇਹ ਲੋਪ ਨਹੀਂ ਹੋਈਆਂ। ਪ੍ਰਸੰਨ ਹੋਵੋਗੇ, ਇਹ ਘਾਟ ਵੀ ਨਹੀਂ ਦਿਸੇਗੀ। ਵਾਸਤਵ ਵਿੱਚ ਬੁਨਿਆਦੀ ਕਦਰਾਂ ਕੀਮਤਾਂ ਉਵੇਂ ਹੀ ਰਹਿੰਦੀਆਂ ਹਨ। ਇਹ ਸਾਡਾ ਆਪਣੇ ਜਜ਼ਬਿਆਂ ਦੇ ਠੰਡੇ ਹੋ ਜਾਣ ਕਾਰਨ ਭਰਮ ਹੁੰਦਾ ਹੈ ਕਿ ਕਦਰਾਂ ਕੀਮਤਾਂ ਬਦਲ ਗਈਆਂ ਹਨ ਜਾਂ ਡਿੱਗ ਰਹੀਆਂ ਹਨ। ਸੇਵਾ ਮੁਕਤੀ ਉਪਰੰਤ ਝਗੜੇ ਜਾਂ ਦੁਸ਼ਮਣੀ ਦਾ ਸਿਲਸਿਲਾ ਦੂਰ ਤੱਕ ਨਹੀਂ ਚੱਲਦਾ, ਕਿਉਂਕਿ ਆਰਾਮ ਜ਼ਿੰਦਗੀ ਦੀ ਮੁੱਢਲੀ ਲੋੜ ਬਣ ਜਾਂਦੀ ਹੈ। ਸੇਵਾ ਮੁਕਤੀ ਉਪਰੰਤ ਸਾਡੇ ਸ਼ੁਭ ਚਿੰਤਕਾਂ ਦੀ ਵੀ ਇਹ ਇੱਛਾ ਹੁੰਦੀ ਹੈ ਕਿ ਅਸੀਂ ਸਾਵਾਂ, ਸੰਤੁਲਿਤ ਅਤੇ ਉਸਾਰੂ ਜੀਵਨ ਜੀਵੀਏ। ਇਸੇ ਕਰਕੇ ਵਿਦਾਇਗੀ ਸਮਾਗਮ ਵਿੱਚ ਸਾਰੇ ਚੰਗੇ ਤੇ ਸੋਹਣੇ ਬਣ ਜਾਂਦੇ ਹਨ। ਉਹ ਸੋਹਣੇ ਇਸ ਲਈ ਲੱਗਦੇ ਹਨ ਕਿਉਂਕਿ ਉਹਨਾਂ ਤੋਂ ਸਾਡੇ ਵਿਦਾ ਹੋਣ ਦੀ ਖੁਸ਼ੀ ਸਾਂਭੀ ਨਹੀਂ ਜਾ ਰਹੀ ਹੁੰਦੀ। ਕਈ ਨੱਚਦੇ ਗਾਉਂਦੇ ਵਿਦਾ ਹੁੰਦੇ ਹਨ, ਕਈ ਵਿਦਾ ਹੁੰਦਿਆਂ ਹੀ ਮੁਕੱਦਮੇ ਕਰਨ ਲੱਗ ਪੈਂਦੇ ਹਨ। ਜੇ ਕੋਈ ਮੂਰਖਤਾ ਕਰਨ ਤੋਂ ਹਟਦਾ ਹੀ ਨਹੀਂ ਤਾਂ ਸੋਚੋ ਕਿ ਜਿਸ ਨੂੰ ਰੱਬ ਨੇ ਮੂਰਖਤਾ ਦੀ ਦਾਤ ਦਿੱਤੀ ਹੈ, ਉਸ ਨੂੰ ਅਸੀਂ ਕਿਵੇਂ ਵਿਰਵਾ ਕਰ ਸਕਦੇ ਹਾਂ। ਵੇਖਿਆ ਗਿਆ ਹੈ ਕਿ ਕੁਦਰਤ ਜਦੋਂ ਕਿਸੇ ਨੂੰ ਮੂਰਖ ਬਣਾਉਂਦੀ ਹੈ ਤਾਂ ਕੋਈ ਸੰਸਾ ਜਾਂ ਸੰਦੇਹ ਨਹੀਂ ਰਹਿਣ ਦਿੰਦੀ। ਮੇਰੇ ਇੱਕ ਮਿੱਤਰ ਹਨ ਜਿਹੜੇ ਹਰ ਵੇਲੇ ਝੁਰਦੇ ਰਹਿੰਦੇ ਹਨ, ਕਿਧਰੇ ਭੁਰ ਨਾ ਜਾਵਾਂ, ਕਿਧਰੋਂ ਖੁਰ ਨਾ ਜਾਵਾਂ, ਕਦੀ ਥੁੜ ਨਾ ਜਾਵਾਂ। ਉਹ ਨਿੱਕੇ ਜਿਹੇ ਦਰਦ ਨਾਲ ਖਬਰ ਫੈਲਾ ਦਿੰਦੇ ਹਨ ਕਿ ਦਿਲ ਦਾ ਦੌਰਾ ਪੈਣ ਵਾਲਾ ਹੈ। ਚੰਗੇ ਉਹ ਲੱਗਦੇ ਹਨ ਜਿਹੜੇ ਸੇਵਾ ਮੁਕਤੀ ਉਪਰੰਤ ਮਸਤੀ ਭਰਿਆ ਭਰਪੂਰ ਜੀਵਨ ਜਿਉਂਦੇ ਹਨ। ਮੇਰੇ ਗੁਆਂਢ ਵਿੱਚ ਲੰਮੀ ਸੇਵਾ ਮੁਕਤੀ ਹੰਢਾਉਣ ਵਾਲੇ ਇੱਕ ਹੈਡਮਾਸਟਰ ਸਾਹਿਬ ਰਹਿੰਦੇ ਹਨ, ਜਿਹੜੇ ਆਪਣੇ ਜੀਵਨ ਨੂੰ 31 ਐਤਵਾਰਾਂ ਵਾਲਾ ਮਹੀਨਾ ਦੱਸਦੇ ਹਨ ਅਤੇ ਰੱਬ ਨੂੰ ਆਪਣਾ ਦੋਸਤ ਕਹਿੰਦੇ ਹਨ ਅਤੇ ਦੱਸਦੇ ਹਨ ਕਿ ਪਹਿਲਾਂ ਕੰਮ ਕਰਨ ਦਾ ਇਨਾਮ ਹਰ ਮਹੀਨੇ ਮਿਲਦਾ ਸੀ, ਹੁਣ ਆਰਾਮ ਕਰਨ ਦੀ ਤਨਖਾਹ ਮਿਲਦੀ ਹੈ। ਇੱਕ ਦਿਨ ਕਹਿਣ ਲੱਗੇ ਕਿ ਦੰਦ ਚਲੇ ਗਏ ਹਨ, ਨਜ਼ਰ ਵੀ ਚਲੀ ਗਈ ਹੈ, ਗੋਡੇ ਅਤੇ ਮੋਢੇ ਵੀ ਨਹੀਂ ਰਹੇ। ਸਮਾਨ ਰੱਬ ਕੋਲ ਭੇਜ ਦਿੱਤਾ ਹੈ, ਅਸੀਂ ਵੀ ਤਿਆਰ ਹਾਂ। ਉਹਨਾਂ ਦਾ ਫਲਸਫਾ ਹੈ, ਡਿੱਗਣ ਦੀ ਚਿੰਤਾ ਹੁੰਦੀ ਹੈ ਮੀਨਾਰਾਂ ਨੂੰ, ਸਾਨੂੰ ਬੁਨਿਆਦਾਂ ਦੇ ਪੱਥਰਾਂ ਨੂੰ ਕੀ ਡਰ। ਉਹ ਪ੍ਰਸੰਨ ਚਿੱਤ ਹੋ ਕੇ ਰਹਿੰਦੇ ਹਨ ਕਿ ਲੋਕਾਂ ਨੇ ਤਾਂ ਸ਼ਮਸ਼ਾਨ ਘਾਟ ਤੱਕ ਹੀ ਨਾਲ ਜਾਣਾ ਹੈ।
ਉਸ ਮਗਰੋਂ ਸਫ਼ਰ ਇਕੱਲਿਆਂ ਹੀ ਕਰਨਾ ਹੈ। ਇਸੇ ਕਰਕੇ ਅਭਿਆਸ ਵਾਸਤੇ ਮੈਂ ਇਕੱਲਿਆਂ ਹੀ ਸੈਰ ਲਈ ਜਾਂਦਾ ਹਾਂ। ਇਕੱਲਿਆਂ ਜਾਂ ਰਲ ਕੇ ਸੈਰ ਕਰਨ ਵਾਲਿਆਂ ਦਾ, ਖੁੱਲ੍ਹੀਆਂ ਥਾਵਾਂ 'ਤੇ ਮਿਲ ਬੈਠਣ ਵਾਲਿਆਂ ਦਾ, ਕਿਸੇ ਸਾਂਝੀ ਥਾਂ ਜਾਂ ਧਾਰਮਿਕ ਸਥਾਨ 'ਤੇ ਰੋਜ਼ ਜਾਣ ਵਾਲਿਆਂ ਦਾ ਇੱਕ ਭਾਈਚਾਰਾ ਬਣ ਜਾਂਦਾ ਹੈ। ਸੇਵਾ ਮੁਕਤੇ ਨੂੰ ਮਿਲ ਕੇ ਪ੍ਰਸੰਨ ਹੁੰਦਾ ਹੈ, ਕਿਉਂਕਿ ਇਸ ਸਮੇਂ ਕੋਈ ਸਵਾਰਥ ਨਹੀਂ ਹੁੰਦਾ, ਸੋ ਸੰਬੰਧ ਉਸਾਰਨੇ ਸੌਖੇ ਹੁੰਦੇ ਹਨ। ਜੇ ਸਮੁੱਚੇ ਰੂਪ ਵਿੱਚ ਸਿਹਤ ਠੀਕ ਹੈ ਤਾਂ ਨਿੱਕੀਆਂ ਮੋਟੀਆਂ ਤਕਲੀਫਾਂ ਆਪੇ ਠੀਕ ਹੋ ਜਾਂਦੀਆਂ ਹਨ। ਵਕਤ ਦੇ ਬਦਲਣ ਨਾਲ ਸਾਡੇ ਦ੍ਰਿਸ਼ਟੀਕੋਣ ਵਾਂਗ ਸਾਡੀਆਂ ਆਦਤਾਂ ਵੀ ਬਦਲ ਜਾਂਦੀਆਂ ਹਨ। ਜਿਵੇਂ ਜਵਾਨੀ ਵਿੱਚ ਵਿਦਰੋਹੀ ਅਤੇ ਜੋਸ਼ੀਲੀ ਬਿਰਤੀ ਕਾਰਨ ਅਸੀਂ ਤਿੱਖਾ ਸੋਚਦੇ ਹਾਂ ਅਤੇ ਕਾਲਾ ਕਰਦੇ ਹਾਂ, ਪਰ ਸੇਵਾ ਮੁਕਤੀ ਉਪਰੰਤ ਸਮਝੌਤੇ ਅਤੇ ਸ਼ਾਂਤੀ ਵਾਲੀ ਬਿਰਤੀ ਕਾਰਨ ਅਤੇ ਟਿਕਾਊ ਕਰਕੇ ਅਸੀਂ ਵਧੇਰੇ ਕਰਕੇ ਸੁਣਦੇ ਅਤੇ ਵੇਖਦੇ ਹੀ ਹਾਂ। ਸੇਵਾ ਮੁਕਤ ਹੋ ਕੇ ਬੁੱਢੇ ਹੋਣ ਦੀ ਮਾਨਸਿਕਤਾ ਤੋਂ ਬਚਣਾ ਚਾਹੀਦਾ ਹੈ ਅਤੇ ਜ਼ਿੰਦਗੀ ਦੇ ਸਾਦੇ ਅਤੇ ਸਾਊ ਸੁਆਦ ਅਤੇ ਸ਼ੌਂਕ ਕਾਇਮ ਰੱਖਣੇ ਚਾਹੀਦੇ ਹਨ ਅਤੇ ਸੰਜਮ ਅਤੇ ਸਬਰ ਨਾਲ ਇਹ ਕਾਇਮ ਰਹਿੰਦੇ ਹਨ। ਉਹਨਾਂ ਨੂੰ ਸਨੇਹ ਨਾਲ ਯਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਸਾਡੇ ਉੱਤੇ ਮਿਹਰਬਾਨੀਆਂ ਕੀਤੀਆਂ ਸਨ। ਜੇ ਵਧੀਕੀਆਂ ਯਾਦ ਕਰਨੀਆਂ ਹਨ ਤਾਂ ਉਹ ਕਰੋ ਜੋ ਤੁਸੀਂ ਦੂਜਿਆਂ ਨਾਲ ਕੀਤੀਆਂ ਸਨ। ਸੇਵਾ ਮੁਕਤੀ ਉਪਰੰਤ ਆਪਣੇ ਸਰੀਰ ਦੇ ਸੰਕੇਤਾਂ ਅਤੇ ਬਿਰਤੀਆਂ ਅਨੁਸਾਰ ਨਿਤਨੇਮ ਸਿਰਜਣ ਦੀ ਲੋੜ ਹੁੰਦੀ ਹੈ। ਇਹ ਉਮਰ ਗੁਜ਼ਰੇਗੀ ਤਾਂ ਤੁਹਾਡੀ ਸਮੁੱਚੀ ਜੀਵਨ ਜਾਚ ਅਨੁਸਾਰ ਹੀ, ਪਰ ਤਜਰਬੇ ਅਤੇ ਅਨੁਭਵ ਨੂੰ ਧਿਆਨ ਵਿੱਚ ਰੱਖ ਕੇ ਆਨੰਦ ਲਿਆ ਜਾ ਸਕਦਾ ਹੈ। ਕਈ ਵੇਹਲ ਨੂੰ ਹੀ ਆਨੰਦ ਸਮਝਦੇ ਹਨ। ਆਨੰਦ ਵਿੱਚ ਬੁੱਧੀ ਅਤੇ ਦਿਲ, ਸੋਚ ਅਤੇ ਕਾਰਜ ਵਿੱਚ ਇਕਸੁਰਤਾ ਹੁੰਦੀ ਹੈ, ਜਿਹੜੀ ਵੇਲ ਵਿੱਚ ਨਹੀਂ ਹੁੰਦੀ। ਆਪਣੇ ਨਿੱਕੇ ਰੁਝੇਵੇਂ ਆਪ ਸਿਰਜੋ। ਸਵੇਰੇ ਨੇਮ ਨਾਲ ਤਿਆਰ ਹੋਵੋ। ਕੋਈ ਘਰ ਆਵੇ ਧੰਨ ਭਾਗ ਸਮਝੋ। ਨਿਰਸੰਦੇਹ ਖੁੱਲ੍ਹੀਆਂ ਥਾਵਾਂ ਸਾਨੂੰ ਸੱਦਦੀਆਂ ਰਹਿੰਦੀਆਂ ਹਨ। ਪਾਣੀ ਵਾਲੀਆਂ ਥਾਵਾਂ ਵਿੱਚ ਮਨ ਨੂੰ ਸ਼ਾਂਤ ਕਰਨ ਦੀ ਸ਼ਕਤੀ ਹੁੰਦੀ ਹੈ। ਪੁਸਤਕਾਂ ਜਿਹਾ ਕੋਈ ਸਾਥ ਨਹੀਂ। ਇਹ ਸਾਡੀ ਬੁੱਧੀ ਦਾ ਮਨੋਰੰਜਨ ਕਰਦੀਆਂ ਹਨ ਅਤੇ ਸਾਡੀਆਂ ਅੰਦਰਲੀਆਂ ਖੁਸ਼ਹਾਲੀਆਂ ਨੂੰ ਜਗਾ ਦਿੰਦੀਆਂ ਹਨ। ਚੰਗੇ ਬੰਦਿਆਂ ਜਿਹੀ ਕੋਈ ਸੰਗਤ ਨਹੀਂ ਹੁੰਦੀ। ਕਿਸੇ ਸਭਾ ਸੰਸਥਾ ਵਿੱਚ ਸ਼ਾਮਲ ਹੋ ਕੇ ਅਸੀਂ ਆਪਣੇ ਖਾਲੀਪਣ ਨੂੰ ਭਰ ਸਕਦੇ ਹਾਂ। ਚੰਗਿਆਂ ਦੀ ਸੰਗਤ ਵਿੱਚ ਮਨੁੱਖ ਨਿਰਸਵਾਰਥ ਹੋ ਜਾਂਦਾ ਹੈ ਅਤੇ ਸਧਾਰਨ, ਸਾਦੇ ਅਤੇ ਸਰਲ ਹੋਣ ਵਿੱਚੋਂ ਆਨੰਦ ਆਉਂਦਾ ਹੈ। ਰੱਬ ਨੂੰ ਆਪਣਾ ਸਾਥੀ ਬਣਾਓ, ਕਿਉਂਕਿ ਇਹ ਸਾਥ ਬੜਾ ਨਿੱਘਾ ਹੈ। ਇਸ ਸਾਥ ਵਿੱਚੋਂ ਕਰੁਣਾ, ਦਇਆ ਅਤੇ ਹਮਦਰਦੀ ਦੇ ਭਾਵ ਉਪਜਣਗੇ, ਜਿਹੜੇ ਸਾਨੂੰ ਨਿੱਕੇ ਦਾਇਰਿਆਂ ਵਿੱਚੋਂ ਕੱਢ ਕੇ ਵੱਡੇ ਵਿਸ਼ਾਲ ਵਰਤਾਰਿਆਂ ਵਿੱਚ ਲੈ ਆਉਣਗੇ। ਇਵੇਂ ਸੇਵਾ ਮੁਕਤੀ ਉਪਰੰਤ ਜੀਵਨ ਦੀ ਚਾਲ ਭਾਵੇਂ ਹੌਲੀ ਹੋ ਜਾਵੇਗੀ, ਪਰ ਜੀਵਨ ਦੀ ਤਸੱਲੀ ਉੱਚੀ ਹੋ ਜਾਵੇਗੀ। ਸੇਵਾ ਮੁਕਤ ਜੀਵਨ ਦੀ ਸੇਵਾ ਇਹ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਪ੍ਰਸੰਨਤਾ ਦੇ ਰੰਗ ਅਤੇ ਮੁਹੱਬਤ ਦੀ ਰੌਣਕ ਭਰਨ ਦੇ ਹਰੇਕ ਅਵਸਰ ਤੋਂ ਲਾਭ ਉਠਾਈਏ ਅਤੇ ਅਜਿਹਾ ਕਰਨ ਵਿੱਚ ਹੋਰਾਂ ਦੀ ਮਦਦ ਕਰੀਏ। ਧੰਨਵਾਦ ਜੀ।